अस्सलाम वालेकुम बॉस जी। वालेकुम सलाम। बॉस जी ਤੁਸੀਂ ਤਾਂ ਕਹਿੰਦੇ ਸੀ 5000 ਤੋਂ ਥੱਲੇ ਵਾਰਾ ਨਹੀਂ ਖਾਂਦੀ ਤੇ ਕਣਕ ਦਾ ਕੋਈ ਹੱਲ ਹੈ ਤੁਹਾਡੇ ਕੋਲ ਹੁਣ? ਓਏ ਅੱਲਾ ਦੇ ਬੰਦਿਆ ਬੜਾ ਹੀ ਖਾਸ ਸਵਾਲ ਪੁੱਛ ਲਿਆ ਈ ਤੇ ਇਹ ਪਾਕਿਸਤਾਨ ਦੇ ਕਿਸਾਨ ਦਾ ਜਿਹੜਾ ਨਾ ਇਹ ਰਿਜ਼ਕ ਰੋਜ਼ੀ ਦਾ ਸਵਾਲ ਪੁੱਛ ਲਿਆ ਈ। ਹੁਣ ਇਹਦੇ ਚ ਪਹਿਲੇ ਮੈਂ ਤੁਹਾਨੂੰ ਨਾ ਕੁਝ ਚੀਜ਼ਾਂ ਜਨਰਲ ਦੱਸਾਂਗਾ ਕਿ ਜਿਹੜਾ ਕਣਕ ਵਾਲਾ ਸਾਰਾ ਸੀਨ ਇਹ ਬਣਿਆ ਕੀ ਏ। ਇਹ 100% ਗੱਲ ਦਰੁਸਤ ਹੈ ਕਿ 5000 ਤੋਂ ਥੱਲੇ ਕਣਕ ਵਾਰਾ ਨਹੀਂ ਮੰਨ ਖਾਂਦੀ। ਇਹਦੇ ਚ ਕੋਈ ਦੂਸਰੀ ਰਾਏ ਨਹੀਂ ਹੈਗੀ। ਜਿਹਨੂੰ ਇਸ ਗੱਲ ਤੇ ਡਾਊਟ ਹੈਗਾ ਨਾ ਉਹ ਮੇਰੇ ਕੋਲ ਬਹਿ ਜਾਵੇ ਤੇ ਮੈਂ ਉਹਨੂੰ ਸਮਝਾ ਦਿਆਂਗਾ ਵੀ ਕਿਵੇਂ 5000 ਤੋਂ ਥੱਲੇ ਕਣਕ ਵਾਰਾ ਨਹੀਂ ਖਾਂਦੀ। ਅੱਛਾ, ਦੂਸਰੀ ਚੀਜ਼ ਇਹ ਆ ਕਿ ਹੁਣ ਇਹ ਅਸੀਂ ਸਾਰੀਆਂ ਗੱਲਾਂ ਕਰ ਚੁੱਕੇ ਹਾਂ, ਸਾਰੇ ਮਾਮਲਾਤ ਕਰ ਚੁੱਕੇ ਹਾਂ। ਹੁਣ ਅਸਲ ਪੋਜੀਸ਼ਨ ਇਸ ਟਾਈਮ ਬਣੀ ਕੀ ਹੈ, ਹੁਣ 5000 ਦੀ ਹਕੂਮਤ ਕਿਉਂ ਨਹੀਂ ਕਣਕ ਲੈਂਦੀ, 3900 ਦੀ ਅਗਰ ਲੈਂਦੀ ਹੈ ਸਰਕਾਰੀ ਰੇਟ ਦਿੱਤਾ ਤੇ ਉਹ ਕਿਉਂ ਨਹੀਂ ਲੈਂਦੀ। ਹੁਣ ਅਗਰ ਉਹ ਨਹੀਂ ਲੈਂਦੀ ਤੇ ਕਿਸਾਨ ਨੂੰ ਕੀ ਕਰਨਾ ਚਾਹੀਦਾ ਹੈ, ਸਟਾਕ ਕਰਨਾ ਚਾਹੀਦਾ ਹੈ ਜਾਂ ਉਹਨੂੰ ਕੋਈ ਹੋਰ ਆਲਟਰਨੇਟਿਵ ਆਪਸ਼ਨ ਤੇ ਜਾਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਅੱਜ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾ ਸਵਾਲ ਹੈ ਕਿ ਹਕੂਮਤ ਕਣਕ ਕਿਉਂ ਨਹੀਂ ਲੈਂਦੀ। ਹਕੂਮਤ ਦੀ ਬਹੁਤ ਵੱਡੀ ਨਾਅਹਲੀ ਹੈ। ਨਾਅਹਲੀ ਐਵੇਂ ਹੈ ਕਿ ਇਸ ਟਾਈਮ ਜੋ ਪੋਜੀਸ਼ਨ ਹੈ ਨਾ ਉਹਦੇ ਮੁਤਾਬਕ ਸਿਰਫ ਹਕੂਮਤ ਨੂੰ 9 ਤੋਂ 10 ਲੱਖ ਟਨ ਗੰਦਮ ਚਾਹੀਦੀ ਔਰ ਉਹ ਫਿਰ ਵੀ ਉਹ 9-10 ਲੱਖ ਟਨ ਲੈਣ ਲਈ ਵੀ ਤਿਆਰ ਨਹੀਂ ਹੈਗੇ। ਸਿਰਫ ਉਹਨਾਂ ਨੇ ਤੁਹਾਨੂੰ ਜ਼ਿਹਨੀ ਤਸੱਲੀ ਦਿੱਤੀ ਹੈ ਵੀ ਅਸੀਂ ਤੁਹਾਡੇ ਤੋਂ ਗੰਦਮ ਖਰੀਦਨੇ ਆ ਪਏ। ਉਹਨਾਂ ਕੋਲ ਫਿਰ ਵੀ ਆਪਸ਼ਨ ਜਿਹੜੀਆਂ ਨਾ ਹੋਰ ਹੈਗੀਆਂ ਨੇ ਔਰ ਉਹ ਆਪਸ਼ਨ ਦੇ ਉੱਤੇ ਉਹਨਾਂ ਨੇ ਜਾਣਾ ਹੈ। ਉਹਨਾਂ ਨੇ ਕਿਸਾਨ ਦੀ ਕੀ ਔਕਾਤ ਇਹ ਨਹੀਂ ਵੇਖਣੀ ਔਰ ਨਾ ਕਦੀ ਅੱਜ ਤੱਕ ਕਿਸੇ ਹਕੂਮਤ ਨੇ ਵੇਖੀ ਹੈ। ਇਹ ਹਕੂਮਤਾਂ ਸਾਰੀਆਂ ਹੀ ਇੱਕੋ ਜਿਹੀਆਂ ਹੁੰਦੀਆਂ ਨੇ, ਇਹ ਕੋਈ ਫਰਕ ਨਹੀਂ ਹੈਗਾ। ਅੱਛਾ, ਹੁਣ ਅਗਲੀ ਗੱਲ ਇਹ ਆ ਕਿ ਹੁਣ ਇਹ ਪੋਜੀਸ਼ਨ 'ਚ ਬਣਿਆ ਕੀ। ਹੁਣ ਇਹਨਾਂ ਨੇ ਤੁਹਾਨੂੰ ਸਿਰਫ ਵਰਚਾਵਣ ਲਈ ਨਾ 3900 ਰੁਪਈਆ ਰੇਟ ਦੇ ਦਿੱਤਾ, ਠੀਕ ਹੈ ਨਾ, ਤਾਂ ਕਿ 3900 ਰੁਪਈਏ ਦੇ ਵਿੱਚ ਸਾਡੇ ਕੋਲ ਚਲੋ ਜਿਹੜੀ ਗੰਦਮ ਆਉਂਦੀ ਅਸੀਂ ਲੈ ਲੈਂਦੇ ਹਾਂ, ਜਿਹੜੀ ਨਾ ਆਵੇਗੀ ਠੀਕ ਹੈ, ਅੱਲਾ ਇਸ ਸਬੁਰਦ ਸਾਨੂੰ ਕਿਹੜੀ ਲੋੜ ਹੈ। ਹੁਣ ਮਾਮਲਾ ਇਹ ਆ ਕਿ 3900 'ਚ ਅਸੀਂ ਗੰਦਮ ਸਾਨੂੰ 3900 'ਚ ਵੀ ਨਹੀਂ ਵਾਰਾ ਖਾਂਦੀ, ਲੇਕਿਨ ਇਹ ਆ ਕਿ 3900 ਦੇ ਵਿੱਚ ਵੀ ਸਾਡੇ ਤੋਂ ਲੈਣ ਨੂੰ ਤਿਆਰ ਵੀ ਕੋਈ ਨਹੀਂ। ਯਾਨੀ ਦੋਵੇਂ ਗੱਲਾਂ ਹੀ ਨੇ, ਤਿੰਨੇ ਗੱਲਾਂ ਹੀ ਨੇ। ਹਕੂਮਤ ਵੀ ਨਹੀਂ ਲੈਂਦੀ, 3900 ਹੀ ਸਾਨੂੰ ਵਾਰਾ ਵੀ ਨਹੀਂ ਖਾਂਦੀ ਔਰ ਜਿਹੜਾ ਨਾ ਸਾਨੂੰ ਮਜਬੂਰੀ ਵੀ ਹੈ ਇਸ ਟਾਈਮ ਫਸਲ ਨੂੰ ਮੈਨੇਜ ਕਰਨਾ। ਕਿਉਂਕਿ ਮੈਨੂੰ ਪਤਾ ਹੈ, ਮੈਂ ਜ਼ਿੰਮੇਦਾਰ ਦਾ ਪੁੱਤਰ ਹਾਂ, ਕਿਸਾਨ ਦਾ ਪੁੱਤਰ ਹਾਂ। ਮੈਨੂੰ ਪਤਾ ਕਿਸਾਨ ਦੇ ਕੀ ਮਸਾਇਲ ਹੁੰਦੇ ਨੇ। ਕਿਸਾਨ ਨੇ ਜਿਹੜੇ ਆ ਜਿੰਨੇ ਵੀ ਕਿਸਾਨ ਦਾ ਖੂਨ ਨੋਚਦੇ ਫਿਰਦੇ ਨੇ, ਪੀਂਦੇ ਫਿਰਦੇ ਨੇ, ਬੋਟੀਆਂ ਨੋਚਦੇ ਫਿਰਦੇ ਨੇ, ਇਹਨਾਂ ਨੇ ਪੈਸੇ ਲੈਣੇ ਹੁੰਦੇ ਨੇ, ਕਿਸਾਨ ਦੇ ਸਿਰ ਤੇ ਚੜ ਜਾਂਦੇ ਨੇ। ਔਰ ਇਹ ਤਾਂ ਕਿਸੇ ਜਗ੍ਹਾ ਤੇ ਫਿਰ ਨਹੀਂ ਨਾ ਵੇਖਦੇ ਕਿ ਜਿਹੜਾ ਕਿਸਾਨ ਹੈ ਉਹਦੇ ਨਾਲ ਮਿਲ ਕੇ ਕੰਮ ਨਹੀਂ ਨਾ ਕਰਦੇ ਵੀ ਅਗਰ ਇਸ ਦਫਾ ਤੈਨੂੰ ਨੁਕਸਾਨ ਹੋਇਆ ਤੇ ਚੱਲ ਯਾਰ ਕੋਈ ਗੱਲ ਨਹੀਂ, ਮੈਂ ਵੀ ਨੁਕਸਾਨ ਦਾ ਹਿੱਸੇਦਾਰ ਹਾਂ। ਤੇ ਫਿਰ ਵੱਡੀਆਂ ਦਾੜੀਆਂ ਰੱਖ ਕੇ ਤੇ ਨਮਾਜ਼ਾਂ ਰੋਜ਼ੇ ਤੇ ਜਾਂਦੇ ਇਹਨਾਂ ਦਾ ਜ਼ੋਰ ਹੁੰਦਾ ਹੈ। ਕਾਰੋਬਾਰ ਬੇਸਿਕਲੀ ਹੱਕ ਹਲਾਲ ਦਾ ਉਹ ਕਾਰੋਬਾਰ ਹੁੰਦਾ ਜਦੋਂ ਤੁਸੀਂ ਕੋਈ ਰਲ ਕੇ ਕੰਮ ਕਰਦੇ ਜੇ। ਆੜਤੀਆ ਹੈ ਜਾਂ ਕੋਈ ਵੀ ਬਿਜ਼ਨਸਮੈਨ ਹੈ ਤੇ ਉਹਦੇ ਵਿੱਚ ਨੁਕਸਾਨ ਹੁੰਦਾ ਤੇ ਤੁਸੀਂ ਨੁਕਸਾਨ ਦੇ ਵੀ ਜ਼ਿੰਮੇਦਾਰ ਹੋਵੋ, ਅਗਰ ਫਾਇਦਾ ਹੁੰਦਾ ਤੇ ਤੁਸੀਂ ਫਾਇਦੇ ਦਾ ਵੀ ਹਿੱਸੇਦਾਰ ਹੋਵੋ। ਯਾਨੀ ਖੈਰ ਉਹ ਇੱਕ ਬਹਿਸ ਲੰਬੀ ਹੈ। ਉਹ ਜਿਹੜਾ ਨਾ ਮੌਲਵੀਆਂ ਦਾ ਕੰਮ ਹੈ ਤੇ ਮੌਲਵੀ ਵਾਹਵਾ ਬੰਦਿਆਂ ਨੂੰ ਘੁਮਾਈ ਫਿਰਦੇ ਨੇ ਅੱਗੇ ਪਿੱਛੇ, ਸੱਚੀ ਗੱਲ ਨਹੀਂ ਦੱਸਦੇ। ਅੱਛਾ, ਹੁਣ ਗੱਲ ਇਹ ਆ ਕਿ ਹੁਣ ਅਸੀਂ ਕਰਨਾ ਕੀ ਹੈ। ਇਸ ਟਾਈਮ ਹਕੂਮਤ ਸਾਡੇ ਤੋਂ ਗੰਦਮ ਲੈਣ ਨੂੰ ਤਿਆਰ ਨਹੀਂ ਦੀ। 3900 ਰੁਪਇਆ ਰੇਟ ਦੇ ਕੇ ਇਹਨਾਂ ਨੇ ਅਸਲ 'ਚ ਕੀਤਾ ਕੀ ਹੈ। ਅਸਲ 'ਚ ਇਹਨਾਂ ਨੇ ਜਿਹੜਾ ਕੰਮ ਮਾਫੀਆ ਦਾ ਪਹਿਲੇ ਵੀ ਰਾਜ ਸੀ ਨਾ, ਉਸੇ ਰਾਜ ਨੂੰ ਇੱਕ ਨਵਾਂ ਪੌਡਾ ਦੇ ਦਿੱਤਾ, ਇੱਕ ਨਵੀਂ ਸੀੜੀ ਦੇ ਦਿੱਤੀ ਹੈ ਕਿ ਮਾਫੀਆ ਜਿੰਨੇ ਵੀ ਹੈ ਨਾ ਉਹ ਸਾਰੇ ਮਾਫੀਆ ਤਗੜੇ ਹੋਈਓ, ਸਾਡਾ ਤੁਹਾਡੇ ਮੋਢਿਆਂ ਤੇ ਹੱਥ ਹੈ, ਤੁਸੀਂ ਤਗੜੇ ਹੋਈਓ, ਤੁਸੀਂ ਨਾ ਲੁੱਟ ਲਵੋ ਜਿਹਨੂੰ ਕਿਸੇ ਨੂੰ ਲੁੱਟਣਾ ਹੈ। ਔਰ ਐਂਡ ਜਿਹੜਾ ਨਾ ਕਿਸਾਨ ਹੀ ਕਾਬੂ ਆਉਂਦਾ ਇਹਨਾਂ ਮਾਫੀਆ ਦੇ ਹੱਥੋਂ, ਕਿਉਂਕਿ ਹੋਰ ਕੋਈ ਮੁਆਸ਼ਰਾ, ਕੋਈ ਕਮਿਊਨਿਟੀ, ਕੋਈ ਸੈਕਟਰ ਨਹੀਂ ਹੈਗਾ ਜਿਹੜਾ ਮਾਫੀਆ ਦੇ ਹੱਥੀਂ ਆਉਂਦਾ ਹੋਵੇ। ਤੇ ਕਿਸਾਨ ਵਿਚਾਰਾ ਮਜ਼ਲੂਮ ਹੈ ਔਰ ਕਿਸਾਨ ਨਾਲੇ ਲੁੱਟਮਾਰ ਸਾਰੀ ਕਰ ਲੈਂਦੇ ਨੇ। ਲੇਕਿਨ ਇਹ ਆ ਕਿ ਅਗਰ ਹੁਣ ਗੱਲ ਇਹ ਆ ਕਿ ਹੁਣ ਇਸ ਟਾਈਮ ਕੀ ਹੈ, ਇਸ ਟਾਈਮ ਜੋ ਸੀਨ ਬਣਿਆ ਪਿਆ ਨਾ, ਅਗਰ ਕਿਸਾਨ ਨੇ ਗੰਦਮ ਇਹਨਾਂ ਨੂੰ 3200 ਦੀ ਦੇ ਦਿੱਤੀ ਤੇ ਮੈਂ ਇਸ ਤੋਂ ਵੱਡੀ ਬੇਸ਼ਰਮੀ ਕਿਸੇ ਗੱਲ ਨੂੰ ਨਹੀਂ ਸਮਝਦਾ। ਹੁਣ ਗੱਲ ਇਹ ਆ ਕਿ ਅਸੀਂ ਇਹ ਗੱਲ ਕੀਤੀ ਕਿ ਅਸੀਂ 5000 ਦੀ ਕਣਕ ਵੇਚਣੀ ਹੈ। ਹੁਣ ਅਗਰ ਸਾਰੀ ਸੂਰਤ ਹਾਲ ਦੇ ਮੁਤਾਬਕ ਸਾਡੀ 5000 ਦੀ ਕਣਕ ਨਹੀਂ ਵਿਕਦੀ ਤੇ ਅਸੀਂ ਇਸ ਸੂਰਤ ਹਾਲ 'ਚ ਕਰਨਾ ਕੀ ਹੈ। ਸਵਾਲ ਤਾਂ ਇਹ ਆ, ਇਹਦਾ ਮੈਂ ਅੱਜ ਤੁਹਾਨੂੰ ਜਵਾਬ ਦੇਣ ਲੱਗਾ ਵੀ ਤੁਸੀਂ ਇਸ ਸੂਰਤ ਹਾਲ 'ਚ ਕਰਨਾ ਕੀ ਹੈ। ਕਰਨਾ ਇਹ ਆ ਜਨਾਬੇ ਵਾਲਾ ਕਿ ਤੁਸੀਂ ਸਰਕਾਰ ਇਹ ਜਿਹੜੀਆਂ ਕੰਮਾਂ ਦੀਆਂ ਸ਼ਰਮਾਂ ਨੇ ਨਾ, ਇਹ ਕੰਮਾਂ ਦੀਆਂ ਸ਼ਰਮਾਂ ਨਹੀਂ ਹੁੰਦੀਆਂ ਜਨਾਬੇ ਵਾਲਾ। ਤਿਆਰੀ ਵੱਟ ਲਓ, ਸਾਨੂੰ 5000 ਰੁਪਇਆ ਰੇਟ ਲੈਣ ਲਈ ਮਿਹਨਤ ਵੀ ਕਰਨੀ ਪੈਣੀ ਹੈ। ਇਹ ਨਹੀਂ ਹੈਗਾ ਵੀ ਉਹ ਗੋਦਾਮ 'ਚ ਪਿਆ ਵਪਾਰੀ ਲੈ ਲਾ ਯਾਰ, ਕਿੰਨੇ ਦੀ ਲੈਣੀ ਉਹ ਚੁੱਕ ਲੈ, ਆਪੇ ਪਾ ਲਈ, ਆਪੇ ਸਾਰਾ ਕੁਝ ਕਰ ਲਈ। ਇਹ ਲੋਕ ਇਹਨਾਂ ਗੱਲਾਂ ਤੇ ਤੁਹਾਡੀ ਸੁਸਤੀ ਦੀ ਵਜ੍ਹਾ ਤੇ, ਤੁਹਾਡੀ ਕਾਹਲੀ ਦੀ ਵਜ੍ਹਾ ਤੇ ਤੁਹਾਨੂੰ ਨੋਚਦੇ ਨੇ, ਤੁਹਾਡਾ ਖੂਨ ਕੱਢਦੇ ਨੇ ਤੇ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਅਸੀਂ ਜ਼ਲੀਲੋ ਖੁਆਰੀ ਦਾ ਸਾਹਮਣਾ ਕਰਨੇ ਪਏ ਹਾਂ ਔਰ ਅਸੀਂ ਕੋਈ ਕਿਸੇ ਜਗ੍ਹਾ ਤੇ ਕੋਈ ਐਕਸ਼ਨ ਨਹੀਂ ਲੈਂਦੇ। ਹੁਣ ਗੱਲ ਇਹ ਆ ਕਿ ਅਸੀਂ ਇੱਥੇ ਵੈਲਿਊ ਐਡੀਸ਼ਨ ਕਰਨੀ ਹੈ। ਵੈਲਿਊ ਐਡੀਸ਼ਨ ਕੀ ਹੁੰਦੀ? ਕਿਸੇ ਵੀ ਚੀਜ਼ ਨੂੰ ਤੁਸੀਂ ਖੁਦ ਪੈਦਾ ਕੀਤਾ, ਉਹਨੂੰ ਤੁਸੀਂ ਉਹਦੇ ਅੱਗੇ ਪ੍ਰੋਸੈਸ ਕਰਕੇ ਉਹਨੂੰ ਇੱਕ ਚੀਜ਼ ਤਿਆਰ ਕਰਕੇ ਤੁਸੀਂ ਮਾਰਕੀਟ 'ਚ ਦੇਣੀ ਹੈ ਔਰ ਇਨਸ਼ਾਅੱਲਾ 5000 ਦੀ ਵਿਕੇਗੀ। ਕਿਉਂ ਨਹੀਂ ਵਿਕੇਗੀ? ਜੋ ਮਰਜ਼ੀ ਰੇਟ ਘੁੰਮਤਾਂ ਕਰ ਲੈਣ, ਜੋ ਮਰਜ਼ੀ ਹੋ ਜਾਵੇ, ਆ ਫਰਾਡੀਏ ਜੋ ਮਰਜ਼ੀ ਕੀਤੀ ਫਿਰਨ, ਆਪਾਂ ਜਨਾਬ ਅੱਜ ਵੀ 5000 ਦੀ ਕਣਕ ਵੇਚ ਸਕਦੇ ਹਾਂ। ਲੇਕਿਨ ਸਾਨੂੰ ਸਾਡੇ ਖੂਨ ਨੂੰ ਥੋੜਾ ਜਿਹਾ ਗਰਮਾਵਣਾ ਪਏਗਾ, ਸਾਨੂੰ ਜਿਹੜਾ ਨਾ ਸੁਸਤੀਆਂ ਕਾਹਲੀਆਂ ਛੱਡਣੀਆਂ ਪੈਣਗੀਆਂ, ਸਾਨੂੰ ਥੋੜੀ ਜਿਹੀ ਮਿਹਨਤ ਕਰਨੀ ਪੈਗੀ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਅਗਰ ਅੱਜ ਮੈਂ ਇਸ ਤੋਂ ਇਲਾਵਾ ਹੱਲ ਹੀ ਕੋਈ ਨਹੀਂ ਜਿਹੜਾ ਮੈਂ ਤੁਹਾਨੂੰ ਅੱਜ ਹੱਲ ਦੇਣ ਲੱਗਾ।
ਕੋਈ ਸਟਾਕ ਦਾ ਹੱਲ ਨਹੀਂ ਹੈਗਾ। ਸਟਾਕ ਦੇ ਵਿੱਚ ਵੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਠੀਕ ਹੈ। ਅਗਰ 3 ਮਹੀਨਿਆਂ ਬਾਅਦ ਜਾ ਕੇ ਜਾਂ 4 ਮਹੀਨਿਆਂ ਬਾਅਦ ਜਾ ਕੇ ਤੁਹਾਡੇ ਤੋਂ ਕੋਈ 4000 ਦੀ ਲੈ ਲੈਗਾ ਤੇ ਮੈਂ ਉਹਨੂੰ ਕੰਮ ਨਹੀਂ ਸਮਝਦਾ, ਠੀਕ ਹੋ ਗਿਆ ਨਾ। ਤੇ ਇਹ ਕੁਛ ਹੀ ਹੋਣਾ ਹੈ। ਉਸ ਤੋਂ ਬਾਅਦ ਇਹਨਾਂ ਨੂੰ 3200 ਚ ਦੇਣ ਚ ਵੀ ਤੁਹਾਨੂੰ ਕੋਈ ਰੁਪਈਆ ਨਹੀਂ ਬਚਣਾ, ਜ਼ਲੀਲੋ ਖੁਆਰੀ ਦਾ ਸਾਹਮਣਾ ਹੈ। ਉਸ ਤੋਂ ਬਾਅਦ ਹਕੂਮਤ ਕਿਸੇ ਤਰ੍ਹਾਂ ਤੁਹਾਡੇ ਤੋਂ ਗੰਦਮ ਲੈਣ ਲਈ ਤਿਆਰ ਨਹੀਂ ਦੀ। ਜਿਹੜਾ ਉਹਨਾਂ 3900 ਰੇਟ ਦਿੱਤਾ ਹੈ ਉਹਨਾਂ ਆਪਣੇ ਚੇਤਿਆਂ ਨੂੰ ਦਿੱਤਾ ਹੈ ਵੀ ਆ ਤੁਹਾਡੇ ਲਈ ਰੇਟ 3900, ਤੁਸੀਂ ਬਾਰਦਾਨਾ ਲੈ ਜਾਵੋ ਤੇ ਜ਼ਿਮੀਦਾਰਾਂ ਨੂੰ ਲੁੱਟ ਲੁੱਟ ਕੇ ਤੇ ਲੈ ਆਓ, ਅਸੀਂ ਤੁਹਾਡੇ ਤੋਂ 3900 ਨੂੰ ਲੈ ਲਾਂਗੇ। ਤੇ ਜ਼ਿਮੀਦਾਰ ਦੀ ਖੈਰ ਹੈ, ਆਪੇ ਰੋ ਰੂ ਕੇ ਭੌਂਕ ਭੂੰਕ ਕੇ ਚੁੱਪ ਕਰ ਜਾਏਗਾ। ਹੁਣ ਗੱਲ ਇਹ ਆ ਕਿ ਇਸ ਟਾਈਮ ਸਾਡੇ ਕੋਲ ਇੱਕੋ ਹੀ ਹੱਲ ਹੈ ਕਿ ਅਸੀਂ ਇਹ ਸੋਚਣਾ ਹੈ ਕਿ ਅਸੀਂ ਇਸ ਗੰਦਮ ਨੂੰ ਪ੍ਰੋਸੈਸ ਕਰਕੇ ਯਾਨੀ ਕਿ ਇਹਦੀ ਕੀਮਤ ਵਧਾਉਣੀ ਹੈ। ਔਰ ਕੀਮਤ ਕਿਵੇਂ ਵਧਾਉਣੀ ਹੈ? ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜੇ ਗਰੀਬ ਗੁਰਬਾ ਨੇ ਇਹਨਾਂ ਦਾ ਖਿਆਲ ਪਹਿਲੇ ਆ, ਇਹਨਾਂ ਦਾ ਹਿੱਸਾ ਕੱਢ ਦਿਓ। ਜਿੰਦੀ 100 ਮਣ ਕਣਕ ਆਈ ਹੈ 10 ਮਣ ਕੱਢ ਕੇ ਮਣੇ ਰੱਖ ਦਿਓ, ਠੀਕ ਹੈ। ਉਹ 10 ਮਣ ਤੁਸੀਂ ਸਿਰਫ ਗਰੀਬ ਗੁਰਬਾ ਨੂੰ ਵੰਡਣੀ ਹੈ ਔਰ ਆਪਦੇ ਅਣੇ ਮਣੇ ਵਾਲਿਆਂ ਨੂੰ ਵੰਡਣੀ ਹੈ। ਜੇ 10 ਨਹੀਂ ਵੰਡ ਸਕਦੇ ਤੇ 5 ਮਣ ਦੀ ਹੱਦ ਸ਼ਰਤ ਤੇ ਜਦੋਂ ਤੁਸੀਂ ਇਹ ਕੰਮ ਕਰ ਲੋਗੇ ਫਿਰ ਅੱਲਾਹ ਤਾਲਾ ਦੀ ਜ਼ਾਤ ਤੁਹਾਡੇ ਮੋਢਿਆਂ ਤੇ ਹੱਥ ਰੱਖ ਦੇਗੀ। ਲੈ ਵੀ ਸ਼ੇਰੋ ਕਰੋ। ਹੁਣ ਮੈਂ ਤੁਹਾਨੂੰ ਦੱਸਣ ਲੱਗਾ ਕਰਨਾ ਕੀ। ਜਨਾਬੇ ਵਾਲਾ ਆਪਾਂ ਚੱਕੀਆਂ ਲਾਉਣੀਆਂ ਨੇ, ਆਪਾਂ ਛੋਟੀਆਂ ਛੋਟੀਆਂ ਮਿੱਲਾਂ ਲਾਉਣੀਆਂ ਨੇ, ਅਸੀਂ ਹਰ ਪਿੰਡ ਦੇ ਵਿੱਚ ਲਾਉਣੀਆਂ ਨੇ। ਅਗਰ ਪਿੰਡ 'ਚ ਚੱਲਦੀਆਂ ਨਜ਼ਰ ਨਹੀਂ ਆ ਰਹੀਆਂ ਅਸੀਂ ਸ਼ਹਿਰ ਦੇ ਵਿੱਚ ਲਾਉਣੀਆਂ ਨੇ, ਅਸੀਂ ਪੂਰੇ ਪਿੰਡ ਨੇ ਰਲ ਕੇ ਲਾਉਣੀਆਂ ਨੇ। ਅਗਰ ਕਿਸੇ ਬੰਦੇ ਕੋਲ ਪੈਸੇ ਹੈ ਸ਼ਹਿਰ 'ਚ ਚੱਕੀ ਲਾਵੇ, ਆਪਣੇ ਪਿੰਡ ਦੇ ਜਿੰਨੇ ਵੀ ਕਿਸਾਨ ਨੇ ਉਹਨਾਂ ਕੋਲੋਂ ਕਣਕ ਲਵੇ, ਉਹਨਾਂ ਨੂੰ ਸਪੋਰਟ ਕਰੇ, ਉੱਥੇ ਜਾ ਕੇ ਪ੍ਰੋਸੈਸ ਕਰਕੇ ਪੈਕਿੰਗ ਕਰਕੇ ਆਟਾ ਵੇਚੇ। ਅੱਜ 5000 ਦੀ ਕਣਕ ਵੇਚਦੀ ਬੜੀ ਗੱਲ ਹੈ, 150 ਰੁਪਇਆ ਖਰਚਾ ਆ ਜਾਏਗਾ, 200 ਖਰਚਾ ਆ ਜਾਏਗਾ ਮਨ ਦਾ। 4800 ਦੀ ਵੇਚਣ 'ਚ ਅੱਜ ਵੀ ਅਸੀਂ ਕਾਮਯਾਬ ਹਾਂ। ਲੇਕਿਨ ਅਗਰ ਅਸੀਂ ਸੁਸਤੀ ਤੇ ਕਾਹਲੀ ਨਹੀਂ ਛੱਡਾਂਗੇ ਤੇ ਸਾਡਾ ਕੁਝ ਵੀ ਨਹੀਂ ਵਟੀਚਣਾ। ਔਰ ਤੁਸੀਂ ਇਹ ਸਮਝਦੇ ਘਮਿਆਰਾਂ ਵਾਲਾ ਕੰਮ ਹੈ ਤੇ ਆ ਜਿਹੜੀਆਂ ਗੱਲਾਂ ਨੇ ਨਾ ਫਜ਼ੂਲ ਦੀਆਂ, ਇਹ ਗੱਲਾਂ ਛੱਡ ਦਿਓ, ਇਹ ਗੱਲਾਂ ਛੱਡ ਦਿਓ। ਤੇ ਉਹਦੇ 'ਚ ਵੀ ਤੁਹਾਡੀ ਨਵਾਬੀ ਏ। ਉੱਥੇ ਚੱਕੀ ਲਵਾਓ, ਕਿਸੇ ਮੁੰਡੇ ਕਈ 100 ਵੇਲੇ ਫਿਰਦੇ ਨੇ ਤੁਹਾਡੇ ਪਿੰਡਾਂ 'ਚ, ਉਹ ਆਪਦੀ ਰੋਜ਼ੀ ਦੀ ਤਲਾਸ਼ 'ਚ ਨੇ। ਅੱਲਾਹ ਤਾਲਾ ਇਜ਼ਾਤ ਤੁਹਾਡੇ ਵਸੀਲੇ ਨਾਲ ਉਹਨੂੰ ਰੋਜ਼ੀ ਦੇ ਦੇਗਾ। ਇਹ ਛੋਟੀ ਜੀ ਗੱਲ ਤੁਸੀਂ ਸਮਝਦੇ ਜੇ? ਆਪਦਾ ਤੇ ਹਰ ਕੋਈ ਢਿੱਡ ਭਰੀ ਫਿਰਦਾ ਹੈ। ਗੱਲ ਇਹ ਆ ਕਿ ਜਦੋਂ ਕਿਸੇ ਦਾ ਖਿਆਲ ਕਰੋ ਕਿ ਕੋਈ ਬੰਦਾ ਕਿਸੇ ਨੂੰ ਰੋਜ਼ੀ ਰਿਜ਼ਕ ਦੀ ਜ਼ਰੂਰਤ ਹੈ, ਕੋਈ ਬੰਦਾ ਪਰੇਸ਼ਾਨ ਹੈ, ਉਹਨੂੰ ਰਿਜ਼ਕ ਦਾ ਵਸੀਲਾ ਬਣੋ। ਉਸ ਬੰਦੇ ਤੋਂ ਵੱਡਾ ਕੋਈ ਬੰਦਾ ਨਹੀਂ ਹੋ ਸਕਦਾ ਜਿੰਦੇ ਨਾਲ ਜ਼ਿਆਦਾ ਬੰਦਿਆਂ ਦਾ ਰਿਜ਼ਕ ਜੁੜਿਆ ਹੈ। ਵੱਡਾ ਬੰਦਾ ਉਹ ਹੀ ਹੈ। ਬਈ ਇਹ ਨਹੀਂ ਹੈਗਾ 50 ਕਰੋੜ ਦੀ ਜਾਂ 50 ਅਰਬ ਦੀ ਪ੍ਰਾਪਰਟੀ ਲੈ ਕੇ ਛੱਡ ਦਿੱਤੀ ਹੈ, 6 ਮਹੀਨਿਆਂ ਬਾਅਦ ਵੇਚਾਂਗੇ, ਇੱਕ ਹੀ ਬੰਦਾ ਉਹਦੇ 'ਚ ਇਨਵੋਲਵ ਹੈ ਤੇ ਬਸ ਜੀ ਇੱਕ ਹੀ ਬੰਦਾ ਉਧਰੋਂ ਪੈਸੇ ਲੈਂਦਾ, ਇਧਰੋਂ ਮੁਨਾਫਾ ਲੈ ਕੇ ਘਰ ਵੜ ਜਾਂਦਾ। ਇਹਨੂੰ ਹੁਣ ਮੈਂ ਕੋਈ ਬੁਰਾ ਲਫ਼ਜ਼ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਇਹ ਕਾਰੋਬਾਰ ਨਹੀਂ ਦਾ। ਇਸੇ ਚੀਜ਼ ਨੇ ਸਾਡੇ ਮੁਲਕ ਨੂੰ ਤਬਾਹ ਕੀਤਾ ਹੈ। ਗੱਲ ਇਹ ਆ ਕਿ ਜਿੰਦੇ ਕੋਲ ਪੈਸੇ ਹੈਗੇ ਨੇ ਆਪਣੇ ਪਿੰਡ ਦੇ ਵਿੱਚ ਹੀ, ਕੋਈ ਦੂਰ ਕਿਸੇ ਬੰਦੇ ਦੀ ਸਾਨੂੰ ਲੋੜ ਨਹੀਂ ਹੈਗੀ, ਕਿਸੇ ਬੰਦੇ ਦੀ ਸਾਨੂੰ ਲੋੜ ਨਹੀਂ ਹੈਗੀ। ਆਪਣੇ ਪਿੰਡ ਦੇ ਵਿੱਚ ਜੇ ਇੱਕ ਬੰਦੇ ਕੋਲ ਉਹਨੂੰ ਤਿਆਰ ਕਰੋ, ਨੰਬਰਦਾਰ ਸਾਹਿਬ ਜਿੰਨੇ ਵੀ ਨੇ ਤਮਾਮ ਪਿੰਡਾਂ ਦੇ, ਉਹਨਾਂ ਨੂੰ ਮੈਂ ਰਿਕਵੈਸਟ ਕਰਨਾ ਉਹ ਇਕੱਠੇ ਹੋਵੋ, ਬੰਦਿਆਂ ਨੂੰ ਇਕੱਠੇ ਕਰੋ, ਪੂਰੇ ਪਿੰਡ ਦਿਆਂ ਨੂੰ, ਸਾਰੇ ਨੰਬਰਦਾਰ ਹਜ਼ਰਾਤ ਜਿਹੜੇ ਨੇ ਨਾ ਆਪਣੇ ਬੰਦਿਆਂ ਨੂੰ ਇਕੱਠੇ ਕਰੋ। ਉਹਨਾਂ ਨੂੰ ਕਹੋ ਜੀ ਅਸੀਂ ਚੱਕੀ ਲਵਾਉਣੀ ਹੈ, ਕਿਹੜਾ ਬੰਦਾ ਚੱਕੀ ਤੇ ਡਿਊਟੀ ਦੇਗਾ, ਉਹਦੇ ਤੋੜੇ ਬਣਵਾਓ, ਉਹਦੀ ਕੁਆਲਿਟੀ ਦਾ ਖਿਆਲ ਕਰੋ। ਅੱਛਾ ਆਟਾ, ਸਿਹਤਮੰਦ ਆਟਾ, बेहतरीन आटा, टॉप क्वालिटी आटा दिओ। ये तो गंद देंदे पे ने जेडे ने आटे वाले मिलां वाले, ये तो गंद देंदे ने लोगों नूं ते वो भी देंदे ने 5000 नूं। ते तुसी क्वालिटी दिओ, मैं तुहाडी सपोर्ट करांगा। जिथे किते तुसी चक्की लाओ, अपना एक नाम रखो सोहना जिहा अपने पिंड दे नां दा, उहदे उत्ते सोहना जिहा नां रख के बैग प्रिंट कराओ, उहदे च पैक करो आटा बना के। पहले गंदम नूं अच्छे तरीके नाल धोवो, अगर धोवण वाली उहदी सफाई करो, ਉਹਨੂੰ ਅੱਛੇ ਤਰੀਕੇ ਨਾਲ ਉਹਦਾ ਆਟਾ ਬਣਾਓ ਤੇ ਵੇਖਿਆ ਜੇ ਕਿਵੇਂ ਨਹੀਂ ਵਿਕਦਾ। ਔਰ ਜਿਹੜੀ ਮਖਲੂਕ ਹੈ ਉਹਨੇ ਖਾਣਾ ਨਹੀਂ, ਉਹਨੇ ਖਾਣਾ ਹੈ ਔਰ ਇਸ ਮਜਬੂਰੀ ਤੋਂ ਵੀ ਫਾਇਦਾ ਨਹੀਂ ਚੁੱਕਣਾ। ਔਰ ਇਨਸ਼ਾਅੱਲਾ ਤਾਲਾ ਸਾਨੂੰ ਰੱਬ ਰਿਜ਼ਕ ਵੀ ਦੇਗਾ ਔਰ ਮਾੜਿਆਂ ਦਾ ਵੀ ਅਸੀਂ ਖਿਆਲ ਕਰਨਾ ਹੈ, ਸਾਰਿਆਂ ਦਾ ਖਿਆਲ ਕਰਨਾ ਹੈ ਔਰ ਮਾੜਿਆਂ ਦਾ ਹਿੱਸਾ ਵਿੱਚ ਰੱਖਣਾ ਹੈ, ਕਿਉਂਕਿ ਇਹਦੇ ਤੋਂ ਬਗੈਰ ਸਾਡੀ ਕੋਈ ਕਾਮਯਾਬੀ ਨਹੀਂ ਹੈਗੀ। ਹੁਣ ਗੱਲ ਇਹ ਆ ਕਿ ਬੰਦੇ ਇਕੱਠੇ ਕਰ ਲਵੋ, ਇਕੱਠੇ ਕਰਕੇ ਫੈਸਲਾ ਕਰ ਲਵੋ। ਅਗਰ ਇੱਕ ਬੰਦਾ ਚੱਕੀ ਲਾ ਸਕਦਾ ਉਹਦੇ ਮੁਤਾਬਕ ਉਹਦਾ ਹਿੱਸਾ ਤੈਅ ਕਰ ਦਿਓ। ਤੇਰਾ ਸਾਹਿਬ ਇੰਨਾ ਹਿੱਸਾ ਹੈ, ਇਸ ਬੰਦੇ ਦੀ ਇਹ ਡਿਊਟੀ, ਇਹਦੀ ਇੰਨੀ ਤਨਖਾਹ ਹੈ, ਤੇ ਕੰਨ ਫੜ ਕੇ ਡਿਊਟੀ ਲਵਾ ਦਿਓ ਵੀ ਆ ਕੰਨ ਫੜਿਆ ਤੇਰੀ ਡਿਊਟੀ। ਅਗਰ ਡਿਊਟੀ 'ਚ ਵਾਧਾ ਘਾਟਾ ਹੋਇਆ ਤੇ ਨੰਬਰਦਾਰ ਸਾਹਿਬ ਡੇਰੇ 'ਚ ਕੰਨ ਫੜਾ ਲੈਣਗੇ ਤੇ ਆਪਦੀ ਡਿਊਟੀ ਦੇਵੇ, ਪੂਰਾ ਟਾਈਮ ਦੇਵੇ। ਜਿਹੜਾ ਬੰਦਾ ਪੈਸੇ ਲਾ ਰਿਹਾ ਉਹਦੇ ਪੈਸੇ ਦਾ ਜ਼ਿਆ ਨਾ ਹੋਵੇ। ਜਿਹੜਾ ਬੰਦਾ ਜਿਹੜੀ ਜਗ੍ਹਾ ਤੇ ਡਿਊਟੀ ਦੇ ਰਿਹਾ ਉਹ ਡਿਊਟੀ ਪੂਰੀ ਦੇਵੇ। ਆ ਜਿਸਮ ਨੂੰ ਲਾਮਣਾ ਪੈਣਾ। ਜਿਸ ਟਾਈਮ ਡਿਊਟੀ ਪੂਰੀ ਹੋ ਜਾਏਗੀ ਤੁਹਾਡੀ ਆਟੇ ਦੀ ਪੈਕਿੰਗ ਹੋ ਜਾਏਗੀ। ਜੇ ਤੁਹਾਡੇ ਕੋਲੋਂ ਨਾ ਵਿਕੇ ਤੇ ਤੁਸੀਂ, ਮੇਰਾ ਨੰਬਰ ਵੀਡੀਓ ਦੇ ਉੱਤੇ ਮੌਜੂਦ ਹੈ, ਤੁਸੀਂ ਮੈਨੂੰ ਕਾਲ ਕਰ ਲੈਣੀ, ਮੈਂ ਤੁਹਾਨੂੰ ਦੱਸਾਂਗਾ ਕਿ ਆਟਾ ਕਿਵੇਂ ਵਿਕਣਾ ਹੈ। ਉਹਦਾ ਤਰੀਕਾ ਮੈਂ ਤੁਹਾਨੂੰ ਦੱਸਾਂਗਾ, ਉਹ ਵੀ ਮੈਂ ਇੱਕ ਲਹਿਦਾ ਵੀਡੀਓ ਦੇ ਵਿੱਚ ਸਮਝਾਵਾਂਗਾ। ਔਰ ਜਿੰਨੇ ਵੀ ਪਿੰਡਾਂ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਨੂੰ ਮੈਂ ਸਮਝਾਵਾਂਗਾ। ਕੋਈ ਪੜ੍ਹਿਆ ਲਿਖਿਆ ਨੌਜਵਾਨ ਮੇਰੇ ਨਾਲ ਇਸ ਹਵਾਲੇ ਨਾਲ ਰਾਬਤਾ ਕਰ ਸਕਦਾ ਹੈ, ਮੈਂ ਉਹਨੂੰ ਇਨਸ਼ਾਅੱਲਾ ਤਾਲਾ ਚਾਈਨਾ ਤੋਂ ਇੰਪੋਰਟਡ ਅੱਛੀ ਕੁਆਲਿਟੀ ਦਾ 10-15 ਲੱਖ ਰੁਪਏ ਦਾ ਪਲਾਂਟ ਵੀ ਲੈ ਕੇ ਦਿਆਂਗਾ, ਜਿਹੜਾ ਆਪਣੇ ਪਿੰਡ ਦੇ ਵਿੱਚ ਲਾਵੇ, ਆਪਣੇ ਸ਼ਹਿਰ 'ਚ ਲਾਵੇ, ਉੱਥੇ ਆਟੇ ਨੂੰ ਪ੍ਰੋਸੈਸ, ਗੰਦਮ ਨੂੰ ਪ੍ਰੋਸੈਸ ਕਰੇ, ਉਹਦਾ ਆਟਾ ਬਣਾਵੇ, ਇੱਕ ਅੱਛਾ ਜਿਹਾ ਬ੍ਰਾਂਡ ਰੱਖੇ ਔਰ ਉਹ ਆਟਾ ਸੇਲ ਕਰੇ। ਔਰ ਇਨਸ਼ਾਅੱਲਾ ਤਾਲਾ ਅਸੀਂ 5000 ਦੀ ਕਣਕ ਹੀ ਵੇਚਾਂਗੇ। ਅਸੀਂ ਆ ਜਿਹੜਾ ਘੋਲ ਘਲਈਆ ਇਹਨਾਂ ਨੇ ਸ਼ੁਰੂ ਕੀਤਾ ਹੈ ਨਾ, ਨਾਮ ਨਿਹਾਦ ਕਿਸਾਨ ਇਤਿਹਾਦ ਨੇ, ਅਸੀਂ ਇਹ ਨਹੀਂ ਕਰਨਾ। ਸਾਡੇ ਮੁਲਕ ਦੀ ਇਸ ਟਾਈਮ ਇਹ ਪੋਜੀਸ਼ਨ ਨਹੀਂ ਹੈਗੀ
ਕਿ ਅਸੀਂ ਜਿਹੜਾ ਨਾ ਸੜਕਾਂ ਤੇ ਭੱਜ ਉੱਠੀਏ, ਅੱਗੇ ਜ਼ਲੀਲ ਪੈ ਹੁੰਨੇ, ਮਗਰੋਂ ਜੇਬੋਂ ਖਰਚੇ ਕਰਕੇ ਟਰੈਕਟਰਾਂ ਦੇ ਤੇਲ ਸਾੜ ਕੇ ਜ਼ਲੀਲੋ ਖੁਆਰ ਹੋਈਏ। ਤੇ ਮੁਲਕ ਦੀ ਪੋਜੀਸ਼ਨ ਇਹ ਨਹੀਂ ਹੈਗੀ। ਮੁਲਕ ਨੂੰ ਅੱਗੇ ਬੜੇ ਸੱਪ ਖਾਂਦੇ ਨੇ ਪੈ, ਤੇ ਇਹ ਅਸੀਂ ਨਹੀਂ ਕਰਨਾ। ਅਸੀਂ ਮੁਲਕ ਨੂੰ ਤਕਲੀਫ ਨਹੀਂ ਦੇਣੀ। ਮੁਲਕ ਸਾਡਾ ਹੈ, ਮੁਲਕ ਸਾਡਾ ਘਰ ਹੈ। ਅਸੀਂ ਜਨਾਬ ਆਪਦੇ ਤੌਰ ਤੇ ਕੋਈ ਦੂਸਰੀ ਆਪਸ਼ਨ ਤੇ ਕੰਮ ਕਰਨਾ ਹੈ। ਅਸੀਂ ਆ ਕਿਸਾਨ ਤਾਂ ਜਿਹੜੇ ਨਾਮ ਨਿਹਾਦ ਸਿਸਟਮ ਇਕੱਠੇ ਕਰ ਲਓ ਜੀ, ਬੰਦੇ ਫਲਾਂ ਕਰ ਲਓ ਜੀ, ਇਹ ਕਰ ਲਓ ਉਹ ਕਰ ਲਓ, ਇਹਨਾਂ ਨੇ ਸਿਰਫ ਤੁਹਾਨੂੰ ਡਾਂਗਾਂ ਪਵਾਉਣੀਆਂ ਨੇ। ਅੱਛੇ ਬੰਦੇ ਕੰਮ ਕਰਨ ਵਾਲੇ ਹੈਗੇ ਨੇ, ਉਹ ਕਰਦੇ ਪਏ ਨੇ। ਮੈਂ ਉਹਨਾਂ ਨੂੰ ਸਲੂਟ ਦੇਣਾ, ਮੈਂ ਉਹਨਾਂ ਨੂੰ ਸਲੂਟ ਪੇਸ਼ ਕਰਨਾ। ਤੁਹਾਡੀ ਬੜੀ ਮਿਹਰਬਾਨੀ, ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਕਿਸਾਨ ਲਈ ਖਿਦਮਤ ਦੇ ਰਹੇ ਹੋ। ਔਰ ਜਿਹੜੇ ਗੰਦੇ ਲੋਕ ਨੇ ਇਹਨਾਂ ਨੂੰ ਵਿੱਚੋਂ ਕੱਢ ਦਿਓ। ਤੁਹਾਨੂੰ ਸਾਰਾ ਪਤਾ ਹੈ ਕਿਸਾਨ ਇਤਿਹਾਦ ਫਿਲਹਾਲ ਤੱਕ ਫੇਲ ਹੋਇਆ ਹੈ, ਇਹ ਤੁਹਾਨੂੰ ਸਾਰਾ ਪਤਾ ਹੈ। ਔਰ ਫੇਲ ਹੋਣ ਦੀ ਵਜ੍ਹਾ ਇਹ ਨਹੀਂ ਹੋ ਸਕਦੀ ਕਿ ਕਿਸਾਨ ਜਿਹੜਾ ਨਾ ਤੁਹਾਡੀ ਗੱਲ ਨਹੀਂ ਮੰਨਦਾ। ਵਜ੍ਹਾ ਇਹ ਹੋ ਸਕਦੀ ਕਿ ਤੁਹਾਡੇ ਵਿੱਚ ਕਿਸੇ ਨਾ ਜਗ੍ਹਾ ਤੇ ਫਾਲਟ ਹੈ। ਮੈਂ ਅੱਜ, ਤੁਸੀਂ ਕਿਸਾਨ ਇਤਿਹਾਦ ਦੇ ਸਦਰ ਜੇ, ਮੇਰੇ ਨਾਲ ਮੈਚ ਲਾ ਲਵੋ। ਮੈਂ ਅੱਜ ਪਾਕਿਸਤਾਨ ਦੇ ਕਿਸਾਨ ਨੂੰ ਆਵਾਜ਼ ਮਾਰਨਾ, ਤੁਸੀਂ ਸਦਰ ਆਵਾਜ਼ ਮਾਰ ਲਵੋ। ਪਾਕਿਸਤਾਨ ਦੇ ਵਿੱਚ ਮੈਂ ਵੇਖਣਾ ਕਿੰਨੇ ਬੰਦੇ ਤੁਸੀਂ ਕੱਢਦੇ ਤੇ ਕਿੰਨੇ ਬੰਦੇ ਮੈਂ ਕੱਢਣਾ। ਗੱਲ ਇਹ ਆ ਕਿ ਆਪਣੇ ਆਪ ਨੂੰ ਇਨਸਾਨ ਬਣਾਓ। ਪਹਿਲੇ ਇਨਸਾਨ ਬਣਨਾ ਸਾਡਾ ਜ਼ਰੂਰੀ ਹੈ। ਜਦੋਂ ਅਸੀਂ ਇਨਸਾਨ ਬਣ ਗਏ, ਸਾਡਾ ਕਿਸਾਨ ਸਾਡੇ ਨਾਲ ਹੈ। ਉਹ ਤਾਂ ਵਿਚਾਰਾ ਮਜ਼ਲੂਮ ਹੈ, ਅਸੀਂ ਤਾਂ ਉਹਦੇ ਮਜ਼ਲੂਮੀਅਤ ਨੂੰ ਘੱਟ ਕਰਨਾ ਹੈ। ਅਸੀਂ ਤਾਂ ਉਹਦਾ ਸਾਥ ਦੇਣਾ ਹੈ। ਅਸੀਂ ਉਹਦਾ ਰਿਜ਼ਕ ਕਮਾਉਣ ਦੇ ਵਿੱਚ, ਉਹਦੀ ਔਲਾਦ ਦੀ ਅੱਛੀ ਲਾਈਫ ਦੇ ਵਿੱਚ, ਉਹਦੀ ਤਾਲੀਮ ਦੇ ਵਿੱਚ ਉਹਦੀ ਮਦਦ ਕਰਨੀ ਹੈ ਜਨਾਬੇ ਵਾਲਾ। ਔਰ ਇਹ ਸਾਨੂੰ ਕਰਨਾ ਪੈਣਾ ਹੈ। ਕਿਸਾਨਾਂ ਨੂੰ ਵੀ ਜੋ ਮਰਜ਼ੀ ਕਰ ਲਵੋ, ਇਹ ਤੁਹਾਨੂੰ ਕਰਨਾ ਪੈਣਾ ਹੈ। ਅੱਜ ਕਰ ਲਓ, ਕੱਲ ਨੂੰ ਕਰ ਲਓ, ਪਰਸੋਂ ਕਰ ਲਓ। ਪੂਰੀ ਦੁਨੀਆ ਦੇ ਵਿੱਚ ਲੋਕ ਜ਼ਿਮੀਂਦਾਰ ਆਪਣੀ ਆਪਣੀ ਪ੍ਰੋਡਕਟ, ਯੂਰਪ ਦੇ ਵਿੱਚ ਅਗਰ ਕੋਈ ਬੰਦਾ ਗਿਆ ਨਾ ਤੇ ਇਹਨਾਂ ਨੂੰ ਦੱਸੋ ਯਾਰ, ਪਿੰਡ ਵਾਲਿਆਂ ਨੂੰ, ਉਹ ਜਨਾਬ ਆਪਦੇ ਫਾਰਮ ਤੋਂ ਤੋੜਦੇ ਨੇ ਸਬਜ਼ੀ ਤੇ ਉੱਥੇ ਹੀ ਬਾਹਰ ਮੰਜੀ ਰੱਖ ਕੇ ਤੇ ਉੱਤੇ ਰੱਖ ਕੇ ਬਹਿ ਜਾਂਦੇ, ਲਓ ਜੀ ਇੰਨੇ ਰੁਪਏ ਕਿਲੋ ਜੀ। ਜਨਾਬੇ ਵਾਲਾ ਪੂਰੇ ਯੂਰਪ 'ਚ, ਇੱਥੇ ਨਹੀਂ, ਪੂਰੇ ਯੂਰਪ 'ਚ ਇਹ ਕੋਈ ਭੈੜੀ ਗੱਲ ਨਹੀਂ ਹੈਗੀ। ਤੁਸੀਂ ਉੱਥੇ ਰੇਹੜੀ ਵਾਲੇ ਨਹੀਂ ਬਣ ਜਾਂਦੇ ਇਹਨਾਂ ਗੱਲਾਂ ਨਾਲ। ਤੇ ਦੂਸਰੀ ਗੱਲ ਇਹ ਆ, ਤੁਹਾਡੇ ਛੋਟੇ ਭਰਾ, ਨਿੱਕੇ ਭਰਾ, ਚਾਚੇ ਤਾਇਆਂ ਦੇ ਪੁੱਤਰ ਵਿਚਾਰੇ ਜਿਹੜੇ ਰੋਜ਼ਗਾਰ ਤੋਂ ਪਰੇਸ਼ਾਨ ਨੇ, ਉਹਨਾਂ ਦੇ ਰੋਜ਼ਗਾਰ ਦਾ ਵਸੀਲਾ ਵੀ ਬਣੋ ਤੇ ਅੱਲਾਹ ਤਾਲਾ ਇਜ਼ਾਤ ਤੁਹਾਡੇ ਤੇ ਮਿਹਰਬਾਨੀ ਕਰੇ। ਤੇ ਕਿਸਾਨੋ, ਤੁਸੀਂ ਇਹ ਗੱਲ ਨਹੀਂ ਭੁੱਲਣੀ। ਇਹ ਪੱਕਾ ਮੇਰੇ ਨਾਲ ਵਾਅਦਾ ਕਰਨਾ ਤੁਸੀਂ ਕਿ ਤੁਸੀਂ ਪਿੰਡ ਦੇ ਵਿੱਚ ਬੰਦੇ ਇਕੱਠੇ ਅੱਜ ਹੀ ਕਰ ਲੈਣੇ। ਜਿੰਨੇ ਵੀ ਨੰਬਰਦਾਰ ਹਜ਼ਰਾਤ ਨੇ तमाम ਪਿੰਡਾਂ ਦੇ, ਮੈਨੂੰ ਪਤਾ ਨੰਬਰਦਾਰ ਹਜ਼ਰਾਤ, ਮੈਂ ਨੰਬਰਦਾਰ ਦਾ ਵੀ ਪੁੱਤਰ ਹਾਂ, ਮੈਨੂੰ ਪਤਾ ਕਿ ਕਿਸ ਤਰੀਕੇ ਨਾਲ ਸਾਰੇ ਮਾਮਲਾ ਨੂੰ ਚਲਾਉਂਦੇ ਨੇ। ਕਈ ਲੋਕਾਂ ਦੀਆਂ ਗਲਤਫਹਿਮੀਆਂ ਹੁੰਦੀਆਂ ਨੇ, ਉਹ ਗਲਤਫਹਿਮੀਆਂ ਆਪਦੇ ਕੋਲ ਰੱਖੋ। ਸਾਨੂੰ ਇਹਨਾਂ ਚੀਜ਼ਾਂ ਨਾਲ ਕੋਈ ਇਤਰਾਜ਼ ਨਹੀਂ। ਅਸੀਂ ਆਪਦੇ ਰੱਬ ਨੂੰ ਜਵਾਬ ਦੇਣਾ, ਅਸੀਂ ਆਪਦੇ ਜ਼ਮੀਰ ਨੂੰ ਜਵਾਬ ਦੇਣਾ। तमाम ਨੰਬਰਦਾਰ ਹਜ਼ਰਾਤ, ਪੂਰੇ ਪਿੰਡ ਦੇ ਬੰਦੇ ਇਕੱਠੇ ਕਰ ਲਓ, ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰੋ। ਜਿੱਥੇ ਕਿਤੇ ਮੇਰੀ ਲੋੜ ਹੋਵੇ ਮੈਂ ਤੁਹਾਨੂੰ ਇਨਸ਼ਾ ਅੱਲਾਹ ਤਾਲਾ ਪੂਰੀ ਮਦਦ ਕਰਾਂਗਾ। ਤੇ ਇਹਦੇ ਨਾਲ ਹੀ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ।